ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਪਿਛਲੀ ਕਲਾਸ ਵਿੱਚ ਦੂਜਾ ਵਿਆਹ ਇਕਾਂਗੀ ਇੱਥੋਂ ਤੱਕ ਪੜ੍ਹੀ ਕਿ ਮਨਜੀਤ ਤੇ ਸੁਖਦੇਵ ਆਪਸ 'ਚ ਗੱਲਾਂ ਕਰ ਰਹੇ ਹਨ। ਮਨਜੀਤ ਸੁਖਦੇਵ ਨੂੰ ਪੁੱਛਦੀ ਹੈ ਕਿ ਬਾਪੂ ਜੀ ਵੀ ਸਖਤ ਸੁਭਾਅ ਦੇ ਹੁੰਦੇ ਸਨ ਤੇ ਉਹ ਵੀ ਬੇਬੇ ਨੂੰ ਦੂਜੇ ਵਿਆਹ ਦਾ ਡਰਾਵਾ ਦਿੰਦੇ ਹੁੰਦੇ ਸਨ। ਤਾਂ ਸੁਖਦੇਵ ਦੱਸਦਾ ਹੈ ਕਿ ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਜਦੋਂ ਸਰਦਾਰ ਬਣੇ ਮਤਲਬ ਉਹਨਾਂ ਦੀ ਤਰੱਕੀ ਹੋਈ ਤਾਂ ਉਹਨਾਂ ਦੇ 2 ਬੱਚੇ ਸਨ, ਇੱਕ ਮੁੰਡਾ ਤੇ ਇੱਕ ਕੁੜੀ। ਮੈਂ ਤੇ ਭੈਣ ਜੀ ਪੈਦਾ ਹੋਏ। ਆਓ ਇਹ ਇਕਾਂਗੀ ਅੱਗੇ ਪੜ੍ਹਦੇ ਹਾਂ। ਸੁਖਦੇਵ ਕੀ ਦੱਸ ਰਿਹਾ ਮਨਜੀਤ ਨੂੰ। ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ। ਤਾਂ ਬਾਪੂ ਜੀ ਨੂੰ ਲੱਗਾ ਕਿ ਸ਼ਾਇਦ ਫੌਜੀਆਂ ਦੇ ਬਹੁਤ ਸਾਰੇ ਬੱਚੇ ਹੋਣੇ ਚਾਹੀਦੇ ਹਨ, ਤਾਂ 2 ਬੱਚੇ ਉਹਨਾਂ ਨੂੰ ਕਾਫੀ ਨਾ ਲੱਗੇ। ਪਰ ਸਾਡੀ ਮਾਂ ਜੀ ਦੀ ਕਿਸਮਤ ਸਮਝੋ ਜਾਂ ਕੁਝ ਹੋਰ, ਸਾਡੀ ਮਤਰੇਈ ਮਾਂ ਦੇ ਕੋਈ ਸੰਤਾਨ ਨਾ ਹੋਈ। ਜਿਹੜੀ ਦੂਜੀ ਪਤਨੀ ਸੀ ਬਾਪੂ ਜੀ ਦੀ, ਉਹਦੇ ਕੋਈ ਵੀ ਬੱਚਾ ਨਾ ਹੋਇਆ ਤੇ 5 ਕੁ ਸਾਲਾਂ ਬਾਅਦ ਹੀ ਬਿਮਾਰ ਹੋ ਕੇ ਮਰ ਗਈ। ਮਾਂ ਜੀ ਸ਼ਾਇਦ ਉਸ ਸੁਕਨਤ ਦਾ ਬਦਲਾ ਕਿਸੇ ਤੋਂ ਲੈਣਾ ਚਾਹੁੰਦੇ ਨੇ। ਜਿਹੜਾ ਉਹਨਾਂ ਦੀ ਸੌਂਕਣ ਆਈ ਸੀ, ਮਤਲਬ ਦੂਸਰੀ ਪਤਨੀ ਆਈ ਸੀ, ਉਸ ਚੀਜ਼ ਦਾ ਜਿਹੜਾ ਉਹਨਾਂ ਨੇ ਦੁੱਖ ਹੰਢਾਇਆ, ਸ਼ਾਇਦ ਮਾਂ ਜੀ ਉਸ ਦਾ ਬਦਲਾ ਕਿਸੇ ਹੋਰ ਤੋਂ ਲੈਣਾ ਚਾਹੁੰਦੇ ਹਨ। ਉਹ 5 ਸਾਲ ਮਾਂ ਜੀ ਦੇ ਬਹੁਤ ਕਲੇਸ਼ ਦੇ ਗੁਜ਼ਰੇ ਸਨ ਤੇ ਸ਼ਾਇਦ ਮਾਂ ਜੀ ਨੂੰ ਪੋਤਾ ਪੋਤੀ ਨਾ ਹੋਣ ਦਾ ਰੋਸ ਹੈ ਤੇਰੇ ਤੇ, ਰੋਸ਼ ਗੁੱਸਾ ਹੈ। ਤੇ ਇਸੇ ਕਰਕੇ ਮਾਂ ਜੀ ਨੂੰ ਤੇਰੇ ਤੇ ਗੁੱਸਾ ਹੈ ਕਿ ਕੋਈ ਬੱਚਾ ਨਹੀਂ ਹੋਇਆ, ਆਪਣੇ ਘਰ ਪੋਤਾ ਪੋਤੀ ਨਹੀਂ ਹੈ। ਮਨਜੀਤ ਆਵਾਜ਼ ਦਿੰਦੀ, ਮਾਂ ਜੀ ਆ ਜਾਓ, ਬਥੇਰਾ ਹੋ ਗਿਆ ਹੋਣਾ ਹੀ ਪੁਦੀਨਾ। ਪੁਦੀਨਾ ਬਹੁਤ ਹੈ ਜਿੰਨਾ ਤੁਸੀਂ ਤੋੜ ਲਿਆ, ਆ ਜਾਓ। ਨਿਹਾਲ ਕੌਰ ਸਟੇਜ ਤੇ ਆਉਂਦੀ ਹੋਈ, ਕੀ ਚੁਗਲੀਆਂ ਕਰਦੇ ਸੀ ਮੇਰੀਆਂ। ਮਨਜੀਤ, ਨਹੀਂ ਮਾਂ ਜੀ, ਤੁਹਾਡੀਆਂ ਚੁਗਲੀਆਂ ਨਹੀਂ ਸੀ ਕਰਦੀ, ਦੂਜੇ ਵਿਆਹ ਦੀਆਂ ਸਲਾਹਾਂ ਕਰਦੇ ਸੀ। ਨਿਹਾਲ ਕੌਰ, ਗੱਲਾਂ ਆਉਂਦੀਆਂ ਨੇ ਪੁੱਟ ਪੁੱਟ। ਮੁੰਡਾ ਮੇਰਾ ਮੋਮ ਦੀ ਨਾਕਾ ਜਿੱਧਰ ਮਰਜ਼ੀ ਹਟਾਲ ਲਓ। ਉਹਨੂੰ ਸੁਣਾਉਂਦੀ ਹੋਈ ਕਹਿੰਦੀ ਹੈ ਕਿ ਜਿਹੜਾ ਤੈਨੂੰ ਇੰਨੀਆਂ ਗੱਲਾਂ ਆਉਂਦੀਆਂ ਹੈ, ਮੇਰਾ ਮੁੰਡਾ ਹੈ ਜਿਹੜਾ, ਉਹ ਬਹੁਤ ਕੋਮਲ ਹਿਰਦੇ ਵਾਲਾ ਹੈ, ਮੋਮ ਦੀ ਨੱਕ ਹੈ, ਮੋਮ ਵਰਗਾ ਹੈ। ਜਿੱਧਰ ਮਰਜ਼ੀ ਉਹਨੂੰ, ਜਿਵੇਂ ਮੋਮ ਨੂੰ ਜਿੱਧਰ ਮਰਜ਼ੀ ਪਿਘਲਾ ਲਓ, ਇਹਦਾ ਮਨ ਬੜਾ ਕੋਮਲ ਹੈ, ਇਹਨੂੰ ਜਿੱਧਰ ਮਰਜ਼ੀ ਲਾ ਲਓ। ਸੁਖਦੇਵ, ਨਹੀਂ ਮਾਂ ਜੀ, ਮੈਂ ਹੀ ਕਹਿੰਦਾ ਸੀ ਕਿ ਮਾਂ ਜੀ ਦਾ ਉਲਾਂਭਾ ਲਾ ਦਈਏ, 5 ਕੁ ਸਾਲ ਲਈ ਦੂਜਾ ਵਿਆਹ ਕਰਵਾ ਵੀ ਲਈਏ। ਨਿਹਾਲ ਕੌਰ, ਕੂੰਡੀ ਵਿੱਚ ਪੁਦੀਨਾ ਤੇ ਗੰਢੇ ਕੱਟ ਕੇ ਪਾਉਂਦੀ ਹੋਈ, ਮੈਂ ਸਮਝ ਗਈ ਤੇਰੀ ਗੱਲ ਪੁੱਤ। ਸੁਖਦੇਵ, ਪਰ ਜੇ 5 ਸਾਲਾਂ ਬਾਅਦ ਉਹ ਨਾ ਮਰੀ ਤਾਂ ਫੇਰ ਕੀ ਕਰੇਗਾ? ਕਰਾਂਗੇ। ਨਿਹਾਲ ਕੌਰ, ਸਮਝ ਗਈ ਮੈਂ, ਮੂਲੋਂ ਹੀ ਭੋਲੀ ਨਾ ਸਮਝੋ। ਮੈਂ ਤੇਰੀ ਗੱਲ ਸਮਝ ਗਈ, ਤੂੰ ਮੈਨੂੰ ਬਿਲਕੁਲ ਭੋਲੀ ਨਾ ਸਮਝ। ਮੇਰੀ ਗੱਲ ਹੀ, ਨਿਹਾਲ ਕੌਰ ਕਹਿੰਦੀ ਹੈ ਕਿ ਮੇਰੀ ਗੱਲ ਮੈਨੂੰ ਹੀ ਦੱਸ ਰਹੇ ਹੋ, ਪਰ ਮੈਂ ਤਾਂ ਬੇਗੁਨਾਹ ਸੀ, ਇਸ ਕਰਕੇ ਰੱਬ ਨੇ ਮੇਰੀ ਸੁਣ ਲਈ। ਸੁਖਦੇਵ, ਤੇ ਮਨਜੀਤ ਨੇ ਕੀ ਗੁਨਾਹ ਕੀਤਾ ਮਾਂ ਜੀ? ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤਾ ਜਿਹਨੂੰ ਵਿਆਹ ਕੇ ਲਿਆਈਏ ਤੇ 5 ਸਾਲਾਂ ਬਾਅਦ ਮਾਰ ਦੇਈਏ? ਤਾਂ ਮਨਜੀਤ ਦਾ ਤਾਂ ਕੋਈ ਦੋਸ਼ ਨਹੀਂ ਤੇ ਉਸ ਦਾ ਵੀ ਕੋਈ ਦੋਸ਼ ਨਹੀਂ ਜਿਹਨੂੰ ਆਪਾਂ ਦੂਜੀ ਵਾਰ ਵਿਆਹ ਕੇ ਲਿਆਵਾਂਗੇ ਤੇ 5 ਸਾਲਾਂ ਬਾਅਦ ਮਾਰ ਦੇਵਾਂਗੇ। ਨਿਹਾਲ ਕੌਰ, ਵੀ ਮੈਂ ਮਾਰੀ ਸੀ ਉਹ? ਸੁਖਦੇਵ, ਉਹ ਤਾਂ ਨਹੀਂ ਸੀ ਤੁਸੀਂ ਮਾਰੀ, ਇਹ ਤਾਂ ਮਾਰਨੀ ਪਊ ਨਾ। ਇਹ ਤਾਂ ਫਿਰ ਜੇ ਆਪਾਂ ਦੂਜੀ ਵਿਆਹ ਕੇ ਲਿਆਵਾਂਗੇ ਤਾਂ ਮਾਰਨੀ ਪਊ, 2 ਤਾਂ ਨਹੀਂ ਰੱਖਣੀਆਂ। ਨਿਹਾਲ ਕੌਰ, ਬੱਸ ਕਰ ਵੇ ਮੁੰਡਿਆ, ਐਵੇਂ ਵਾਧੂ ਗੱਲਾਂ ਦੀ ਆਦਤ ਆ। ਮਨਜੀਤ, ਲਓ ਹੁਣ ਫੁਲਕੇ ਪੱਕ ਗਏ, ਤੁਸੀਂ ਮਾਂ ਪੁੱਤ ਰੋਟੀ ਖਾਓ ਬੈਠ ਕੇ। ਤੁਸੀਂ ਵੀ ਸੁਖਦੇਵ ਹੋਰਾਂ ਕੋਲ ਹੀ ਚੱਲ ਬੈਠੋ ਦੂਜੀ ਕੁਰਸੀ ਤੇ, ਮੈਂ ਸਟੂਲ ਰੱਖਦੀ ਹਾਂ ਤੇ ਤੁਹਾਨੂੰ ਰੋਟੀ ਪਾਉਣੀ ਆ। ਨਿਹਾਲ ਕੌਰ, ਮੈਂ ਫੇਰ ਖਾ ਲਊਂ, ਤੂੰ ਮੁੰਡੇ ਨੂੰ ਖਵਾ ਪਹਿਲੋਂ, ਕੱਲ੍ਹ ਦਾ ਭੁੱਖਾ ਹੋਊ। ਗੱਡੀ ਵਿੱਚ ਕੋਈ ਰੋਟੀ ਦਾ ਹੱਜ ਹੁੰਦਾ, ਮਤਲਬ ਗੱਡੀ ਵਿੱਚ ਤਾਂ ਕੋਈ ਚੰਗੀ ਰੋਟੀ ਨਹੀਂ ਮਿਲਦੀ, ਕੋਈ ਹੱਜ ਮਤਲਬ ਹਾਲ ਹੁੰਦਾ ਕੋਈ ਰੋਟੀ ਦਾ। ਸੁਖਦੇਵ, ਮਾਂ ਜੀ ਤੁਸੀਂ ਮੇਰੇ ਕੋਲ ਆ ਜਾਓ, ਮਨਜੀਤ ਖਵਾਉਂਦੀ ਹੈ ਰੋਟੀਆਂ ਆਪਾਂ ਦੋਹਾਂ ਨੂੰ। ਨਿਹਾਲ ਕੌਰ, ਚੰਗਾ ਭਾਈ, ਮੈਂ ਤੇਰੇ ਕੋਲ ਬੈਠ ਜਾਂਦੀ ਹਾਂ, ਪਰ ਰੋਟੀ ਤੇਰੇ ਪਿਓ ਆਏ ਤੋਂ ਖਾਊਂ,
ਉੱਠ ਕੇ ਸੁਖਦੇਵ ਕੋਲ ਕੁਰਸੀ 'ਤੇ ਆ ਬੈਠਦੀ ਹੈ। ਮਨਜੀਤ ਦੋਹਾਂ ਅੱਗੇ ਇੱਕ ਤਿਪਾਈ 3 ਪੈਰਾਂ ਵਾਲਾ ਸਟੂਲ ਰੱਖਦੀ ਹੈ ਅਤੇ ਥਾਲੀ ਵਿੱਚ ਰੋਟੀ ਪਾ ਲਿਆਉਂਦੀ ਹੈ। ਸੁਖਦੇਵ ਕੜਾਹ ਵੱਲ ਦੇਖ ਕੇ, ਇੰਨਾ ਕੜਾਹ ਤਾਂ ਨਹੀਂ ਮੈਂ ਖਾਣਾ। ਮਨਜੀਤ ਜੀ ਅੱਧਾ ਕਰ ਲਿਆਓ। ਨਿਹਾਲ ਕੌਰ, ਵੀ ਪੁੱਤ ਇੰਨਾ ਕੜਾਹ ਤਾਂ ਮੈਂ ਖਾ ਲੈਂਦੀ ਹਾਂ, ਤੂੰ ਅੱਧਾ ਕਰਾਉਣਾ ਏ। ਸੁਖਦੇਵ, 2 ਵਾਰੀ ਕਰਕੇ ਤਾਂ ਖਾ ਲੂੰ ਮਾਂ ਜੀ, ਭਰੀ ਹੋਈ ਪਲੇਟ ਤੋਂ ਤਾਂ ਡਰ ਆਉਂਦਾ। ਮਨਜੀਤ, ਖਾ ਲਓ, ਬਚਦਾ ਮੈਂ ਖਾ ਲੂੰ। ਸੁਖਦੇਵ, ਤੇ ਆ ਜਾ ਤੂੰ ਵੀ ਬੈਠ ਜਾ। ਮਨਜੀਤ, ਨਹੀਂ, ਰਸੋਈ ਵਿੱਚ ਕਾਂ ਕੁੱਤੇ ਪੈਣਗੇ, ਕੋਈ ਜਾਨਵਰ ਆ ਜਾਊਗਾ, ਕਾਂ ਜਾਂ ਕੁੱਤਾ ਨਾ ਆ ਕੇ ਲੱਗ ਜਾਏ, ਮੈਂ ਫੇਰ ਖਾ ਲੂੰ। ਡਾਕੀਆ ਸਟੇਜ ਪਿੱਛੋਂ, ਬੇਬੇ ਜੀ ਚਿੱਠੀ ਲੈ ਲਓ। ਮਨਜੀਤ ਡਾਕੀਏ ਵੱਲ ਨੂੰ ਜਾਂਦੀ ਹੋਈ, ਲਿਆ ਭਾਈ ਚਿੱਠੀ ਲਿਆ ਕੇ ਦੇ। ਸੁਖਦੇਵ ਪਾਸ ਲਿਆ ਰੱਖਦੀ ਹੈ ਤੇ ਸੁਖਦੇਵ ਨੂੰ, ਤੁਸੀਂ ਰੋਟੀ ਖਾ ਲਓ, ਫਿਰ ਚਿੱਠੀਆਂ ਖੋਲ੍ਹਣਾ। ਹੋਰ ਫੁਲਕਾ ਲਿਆਵਾਂ? ਸੁਖਦੇਵ ਸਿਰ ਮਾਰ ਕੇ, ਨਹੀਂ ਬਸ। ਮਨਜੀਤ ਚਿੱਠੀਆਂ ਵਿੱਚੋਂ ਇੱਕ ਚੁੱਕ ਕੇ, ਆਹ ਤਾਂ ਬੀਬੀ ਜੀ ਦੀ ਚਿੱਠੀ ਆ। ਪੜ੍ਹ ਲੈਂਦੀ ਹੈ ਤੇ ਛੇਤੀ ਛੇਤੀ ਪੜ੍ਹ ਕੇ ਵਾਪਸ ਰੱਖ ਦਿੰਦੀ ਹੈ। ਸੁਖਦੇਵ ਜਦ ਰੋਟੀ ਖਾ ਲੈਂਦਾ ਹੈ ਤਾਂ ਚਿੱਠੀ ਚੁੱਕਦਾ ਹੈ। ਸੁਖਦੇਵ ਮਨਜੀਤ ਨੂੰ, ਕਿਉਂ, ਕੀ ਲਿਖਿਆ ਭੈਣ ਜੀ ਨੇ? ਮਨਜੀਤ ਉਦਾਸ ਆਵਾਜ਼ ਵਿੱਚ, ਪੜ੍ਹ ਲਵੋ। ਨਿਹਾਲ ਕੌਰ, ਸੁਣਾ ਪੁੱਤ ਪੜ੍ਹ ਕੇ ਮੇਰੀ ਧੀ ਦੀ ਚਿੱਠੀ। ਸੁਖਦੇਵ, ਕੀ ਸੁਣਾਵਾਂ ਮਾਂ ਜੀ, ਭੈਣ ਜੀ ਤਾਂ ਬੜੇ ਦੁਖੀ ਨੇ। ਨਿਹਾਲ ਕੌਰ, ਇਹ ਤਾਂ ਮੈਨੂੰ ਪਤਾ ਹੀ ਸੀ, ਪ੍ਰਾਹੁਣਾ ਨਹੀਂ ਸਾਡਾ ਕਿਸੇ ਕੰਮ ਦਾ। ਪ੍ਰਾਹੁਣਾ ਜਵਾਈ ਸਾਡਾ ਕਿਸੇ ਕੰਮ ਦਾ ਨਹੀਂ। ਕੀ ਲਿਖਦੀ ਆ ਬੀਬੀ? ਸੁਖਦੇਵ, ਲਿਖਦੀ ਆ ਬਈ ਬਲਵੰਤ ਸਿੰਘ ਹੋਰੀ ਸ਼ਰਾਬ ਪੀਣ ਲੱਗ ਪਏ ਨੇ। ਸੁਖਦੇਵ ਦੀ ਭੈਣ ਜਿਹੜੀ, ਉਹਦੇ ਘਰ ਵਾਲੇ ਦਾ ਨਾਮ ਹੈ ਬਲਵੰਤ ਸਿੰਘ, ਉਹ ਸ਼ਰਾਬ ਪੀਣ ਲੱਗ ਪਿਆ। ਅੱਧੀ ਰਾਤ ਤੱਕ ਘਰ ਨਹੀਂ ਆਉਂਦੇ। ਭੈਣ ਜੀ ਅੱਗੋਂ ਕੁਛ ਬੋਲਦੇ ਨੇ ਤੇ ਮਾਰਨ ਪੈਂਦੇ ਨੇ ਤੇ ਆਖਦੇ ਨੇ ਮੈਂ ਦੂਜਾ ਵਿਆਹ ਕਰਵਾ ਲੈਣਾ। ਨਿਹਾਲ ਕੌਰ ਅੱਖਾਂ ਵਿੱਚ ਹੰਝੂ ਭਰ ਕੇ, ਆਂਸੂ ਲਿਆ ਕੇ, ਦੂਜਾ ਵਿਆਹ ਕਿਉਂ ਕਰਵਾ ਲੈਣਾ ਈ? ਤੇ ਬੀਬੀ ਕਾਹਨੂੰ ਰੋਕਦੀ ਆ? ਸ਼ਰਾਬ ਤੋਂ ਪਿਆ ਹੋਵੇ, ਪੀ ਲਵੇ ਜਿੰਨੀ ਸ਼ਰਾਬ ਪੀ ਹੁੰਦੀ ਹੈ। ਉਹ ਐਵੇਂ ਮੁਫਤ ਦੀ ਆਪਣੀ ਜਾਨ ਨੂੰ ਕਲੇਸ਼ ਪਾਉਂਦੀ ਆ। ਸੁਖਦੇਵ, ਪਰ ਵਿਆਹ ਤਾਂ ਉਹ ਇਸ ਕਰਕੇ ਕਰਾਉਣਾ ਚਾਹੁੰਦੇ ਨੇ ਕਿ ਭੈਣ ਜੀ ਦੇ ਮੁੰਡਾ ਕੋਈ ਨਹੀਂ। ਨਿਹਾਲ ਕੌਰ, ਹੋ ਜੂ ਮੁੰਡਾ, ਮੇਰੀ ਧੀ ਕੋਈ ਬੁੜੀ ਹੋ ਗਈ ਹੁਣੇ। ਬੁੜੀ ਮਤਲਬ ਬੁਢਾਪਾ ਤਾਂ ਨਹੀਂ ਆ ਗਿਆ ਉਸ 'ਤੇ? 2 ਕੁੜੀਆਂ ਵੀ ਕੋਈ ਬਹੁਤੀਆਂ ਹੁੰਦੀਆਂ ਨੇ। ਦੂਜੀ ਨੂੰ ਵੀ ਜੇ ਕੁੜੀਆਂ ਹੋਈਆਂ ਫੇਰ ਕੀ ਕਰੂ? ਸੁਖਦੇਵ, ਫਿਰ ਤੀਜਾ ਵਿਆਹ ਕਰਾ ਲਓ। ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਹੀ ਦੁੱਖ ਹੈ ਨਾ। ਨਿਹਾਲ ਕੌਰ ਡੁਸਕ ਕੇ, ਮਤਲਬ ਹੌਂਕਾ ਲੈ ਕੇ, ਨੀ ਬਹੂ ਮੈਨੂੰ ਮਾਫ਼ ਕਰੀ। ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ। ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ। ਮੇਰੀ ਧੀ ਤੇ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਆ। ਜਿਹੜੇ ਬਹੂ ਮੈਂ ਤੈਨੂੰ ਬੋਲ ਕੁਬੋਲ ਕਹੇ, ਮਾੜੇ ਸ਼ਬਦ ਬੋਲੇ, ਉਹਨਾਂ ਬੋਲਾਂ ਦੀ ਮੈਂ ਤੇਤੋਂ ਤੇ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਹਾਂ। ਜੋ ਵੀ ਮੈਂ ਤੈਨੂੰ ਮਾੜੇ ਸ਼ਬਦ ਕਹੇ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ ਤੇ ਵਾਹਿਗੁਰੂ ਪਰਮਾਤਮਾ ਤੋਂ ਵੀ ਮਾਫ਼ੀ ਮੰਗਦੀ ਹਾਂ। ਮਨਜੀਤ, ਕੋਈ ਨਹੀਂ ਮਾਂ ਜੀ, ਰੋਵੋ ਨਾ, ਹੁਣ ਜ਼ਮਾਨਾ ਬਦਲ ਰਿਹਾ ਹੈ। ਇਸਤਰੀ ਦੀ ਜਾਤ ਹੁਣ ਐਨੀ ਬੇਵੱਸ ਨਹੀਂ ਰਹੀ। ਬੇਵੱਸ ਦੂਸਰਿਆਂ ਦੇ ਵੱਸ ਹੋਣ ਵਾਲੇ। ਬੀਬੀ ਦੇ ਇਸ ਦੁੱਖ ਦਾ ਇਲਾਜ ਸਾਡੀ ਇਸਤਰੀ ਸਭਾ ਕਰ ਲਊਗੀ। ਜੋ ਬੀਬੀ ਜੀ ਨੂੰ, ਭੈਣ ਜੀ ਨੂੰ ਜਿਹੜਾ ਦੁੱਖ ਹੈ ਨਾ, ਇਹਦਾ ਇਸਤਰੀ ਸਭਾ ਕੋਈ ਨਾ ਕੋਈ ਹੱਲ ਲੱਭ ਲਊਗੀ। ਨਿਹਾਲ ਕੌਰ, ਇਸਤਰੀ ਸਭਾ ਕੀ ਇਲਾਜ ਕਰੂ? ਦੱਸ ਨੀ ਬਹੂ ਛੇਤੀ, ਮੇਰੇ ਮਨ ਨੂੰ ਹੌਸਲਾ ਹੋਵੇ। ਸੁਖਦੇਵ, ਇਹ ਇਸਤਰੀ ਸਭਾ ਕੀ ਹੈ ਮਨਜੀਤ ਜੀ? ਮਨਜੀਤ, ਸਾਰੇ ਪੰਜਾਬ ਵਿੱਚ ਸੁਖਦੇਵ ਜੀ ਅਸਾਂ ਹੁਣ ਲੋਕ ਇਸਤਰੀ ਸਭਾ ਬਣਾਈ ਹੈ। ਜ਼ਿਲ੍ਹੇ ਪਿੰਡ ਵਿੱਚ ਉਹਦੀਆਂ ਸ਼ਾਖਾਂ ਬਣ ਰਹੀਆਂ ਨੇ ਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਦੀ ਨਿਵ੍ਰਿਤੀ ਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ। ਜਿਹੜੀ ਇਸਤਰੀ ਸਭਾ ਬਣਾਈ ਗਈ ਹੈ ਨਾ, ਉਹ ਹਰ ਜ਼ਿਲ੍ਹੇ ਵਿੱਚ, ਹਰ ਪਿੰਡ ਵਿੱਚ ਉਹਦੀ ਇੱਕ ਬ੍ਰਾਂਚ ਹੈ, ਸ਼ਾਖਾ ਬ੍ਰਾਂਚ ਹੈ। ਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ, ਨਿਵ੍ਰਿਤੀ ਲਈ, ਛੁਟਕਾਰਾ ਪਾਉਣ ਲਈ ਤੇ ਜਿਹੜੇ ਉਹਦੇ ਰਾਈਟਸ ਹੈ, ਹੱਕਾਂ ਦੀ ਰਾਈਟਸ ਹੈ, ਉਹਦੇ
ਹੱਕਾਂ ਨੂੰ ਆਪਣੇ ਨੂੰ ਬਚਾਉਣ ਲਈ ਜਥੇਬੰਦ ਹੋ ਰਹੀਆਂ, ਮਤਲਬ ਇਕੱਠੀਆਂ ਹੋ ਰਹੀਆਂ ਇਸਤਰੀਆਂ। ਮੈਨੂੰ ਪਤਾ ਹੀ ਭੈਣ ਜੀ ਦੇ ਪਿੰਡ ਵੀ ਲੋਕ ਇਸਤਰੀ ਸਭਾ ਦੀ ਸ਼ਾਖ ਹੈ। ਉੱਥੋਂ ਦੀ ਪ੍ਰਬੰਧਕ ਸਤਵੰਤ ਕੌਰ ਤਾਂ ਬੜੀ ਧੜੱਲੇਦਾਰ ਇਸਤਰੀ ਹੈ। ਮੈਂ ਹੁਣੇ ਉਹਦੇ ਵੱਲ ਸੁਨੇਹਾ ਭੇਜਦੀ ਹਾਂ, ਗਵਾਂਢਣ ਦੇ ਹੱਥ ਮੈਂ ਮੈਸੇਜ ਭੇਜਦੀ ਹਾਂ। ਸਭਾ ਬਲਵੰਤ ਸਿੰਘ ਝੱਬਦੇ ਹੀ ਸਿੱਧੇ ਰਾਹ ਤੇ ਲਿਆ ਦੇਵੇਗੀ। ਨਿਹਾਲ ਕੌਰ, ਧੰਨ ਨਹੀਂ ਬਹੂ ਤੁਸੀਂ ਤੇ ਤੁਹਾਡੀ ਇਸਤਰੀ ਸਭਾ। ਜੇ ਤੁਸੀਂ ਮੇਰੀ ਧੀ ਦਾ ਦੁੱਖ ਨਿਵਰਤ ਕਰ ਦੇਵੋ ਤਾਂ ਮੈਂ ਗੁਆਂਢਣ ਤੋਂ ਜਾ ਕੇ ਆਪਣੀ ਭੁੱਲ ਬਖਸ਼ਾਊਂਗੀ, ਜਿਹਨੂੰ ਮੈਂ ਇਸ ਸਭਾ ਬਾਰੇ ਇੰਨੇ ਬੋਲ ਕਬੋਲ ਕਹੇ ਨੇ। ਸੁਖਦੇਵ ਸਿੰਘ ਦਾ ਪਿਤਾ ਗੁਰਦੱਤ ਸਿੰਘ ਅੰਦਰ ਆਉਂਦਾ ਹੈ। ਸੁਖਦੇਵ, ਉਹ ਬਾਪੂ ਜੀ ਵੀ ਆ ਗਏ। ਉੱਠ ਕੇ ਬਾਪੂ ਜੀ ਸਤਿ ਸ਼੍ਰੀ ਅਕਾਲ। ਗੁਰਦੱਤ ਸਿੰਘ, ਸਤਿ ਸ਼੍ਰੀ ਅਕਾਲ। ਸੁਖਦੇਵ, ਸੁਣਾ ਕਿੰਨਾ ਕੁ ਚਿਰ ਹੋ ਗਿਆ ਤੈਨੂੰ ਆਏ ਨੂੰ? ਸੁਖਦੇਵ, ਥੋੜ੍ਹਾ ਹੀ ਚਿਰ ਹੋਇਆ ਬਾਪੂ ਜੀ, ਬਸ ਆ ਕੇ ਨਹਾ ਕੇ ਰੋਟੀ ਖਾਣ ਲੱਗਾ ਹਾਂ। ਗੁਰਦੱਤ ਸਿੰਘ, ਬਹਿ ਜਾ, ਖਾ ਤੂੰ ਰੋਟੀ। ਮਨਜੀਤ, ਤੁਸੀਂ ਵੀ ਬੈਠੋ ਬਾਪੂ ਜੀ ਰੋਟੀ ਖਾਣ। ਮਨਜੀਤ, ਤੁਸੀਂ ਵੀ ਬਹਿ ਜਾਓ ਬਾਪੂ ਜੀ ਰੋਟੀ ਖਾਣ। ਗੁਰਦੀਪ ਸਿੰਘ, ਮੈਂ ਵੀ ਖਾ ਲੈਣਾ, ਪਰ ਇਹ ਸੁਖਦੇਵ ਦੀ ਮਾਂ ਕਿਉਂ ਇੰਨਾ ਬੁੱਲ ਢਿੱਲੇ ਕਰੀ ਖੜੀ ਹੈ? ਮਤਲਬ ਉਦਾਸ ਹੈ। ਕੀ ਗੱਲ ਹੈ? ਸੁਖਦੇਵ ਦੀ ਮਾਂ ਨਿਹਾਲ ਕੌਰ ਡੁਸਕਦੀ ਹੋਈ, ਆ ਬੀਬੀ ਦੀ ਚਿੱਠੀ ਆਈ ਆ। ਗੁਰਦੀਪ ਸਿੰਘ, ਕਿਉਂ, ਸੁੱਖ ਤਾਂ ਹੈ? ਨਿਹਾਲ ਕੌਰ, ਊਂ ਤਾਂ ਸੁੱਖ ਸਾਂਦੀ ਹੈ, ਪਰ ਉਹੀ ਗੱਲ, ਪ੍ਰਾਹੁਣਾ ਕਿਸੇ ਕੰਮ ਦਾ ਨਹੀਂ। ਗੁਰਦੱਤ ਸਿੰਘ, ਕੀ ਆਖਦਾ ਪ੍ਰਾਹੁਣਾ? ਨਿਹਾਲ ਕੌਰ, ਆਹੀ ਮੁੰਡੇ ਨੂੰ ਨੇ ਪੜ੍ਹ ਕੇ ਸੁਣਾਇਆ ਹੈ, ਬੀਬੀ ਵਿਚਾਰੀ ਦੁਖੀ ਆ। ਗੁਰਦੱਤ ਸਿੰਘ, ਦੁਖੀ ਤਾਂ ਹੈ, ਪਰ ਗੱਲ ਕੀ ਆ? ਦੁਖੀ ਦਾ ਤਾਂ ਮੈਨੂੰ ਪਤਾ ਹੀ ਆ। ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਸੁੱਖ ਦੀ ਆਸ ਰੱਖੀ ਹੋਣੀ ਆ। ਜਿਹੜੇ ਜ਼ਮੀਨਾਂ ਵਾਲੇ ਆ ਜਗੀਰਦਾਰ, ਉਹਨਾਂ ਦੇ ਘਰ ਕੁੜੀ ਵਿਆਹ ਕੇ ਸੁਖੀ ਥੋੜ੍ਹੀ ਹੋ ਸਕਦੀ ਹੈ ਕੁੜੀ। ਨਿਹਾਲ ਕੌਰ, ਤੁਸੀਂ ਤਾਂ ਬਥੇਰਾ ਕਹਿੰਦੇ ਸੀ ਜੀ ਜਗੀਰਦਾਰਾਂ ਨਾਲ ਆਪਣੀ ਨਿਭਣੀ ਨਹੀਂ, ਪਰ ਮੇਰੀ ਮੱਤ ਨੂੰ ਖਬਰ ਹੈ ਕੀ ਹੋ ਗਿਆ ਸੀ ਕਿਸਮਤ ਧੀ ਦੀ। ਗੁਰਦੱਤ ਸਿੰਘ, ਪਰ ਹੁਣ ਗੱਲ ਵੀ ਕੋਈ। ਸੁਖਦੇਵ ਸਿੰਘ, ਗੱਲ ਕੀ ਹੋਣੀ ਬਾਪੂ ਜੀ? ਬਲਵੰਤ ਸਿੰਘ ਕਹਿੰਦੇ ਨੇ ਮੈਂ ਵਿਆਹ ਹੋਰ ਕਰਵਾ ਲੈਣਾ। ਗੁਰਦੱਤ ਸਿੰਘ, ਕਰਵਾ ਲਵੇ, ਕੱਲ੍ਹ ਕਰਾਉਂਦਾ ਅੱਜ ਕਰਾ ਲੇ। ਮੈਂ ਧੀ ਨੂੰ ਬੁਲਾ ਲਊਂ ਇੱਥੇ ਆਪਣੇ ਕੋਲ। ਮੇਰੇ ਕੋਲ ਧੀ ਦੀ ਉਮਰ ਲੰਘਾ ਦੇਣ ਲਈ ਬਥੇਰਾ ਹੀ ਗੁਰੂ ਦਾ ਦਿੱਤਾ ਹੋਇਆ। ਸੁਖਦੇਵ, ਕੋਈ ਨਹੀਂ ਬਾਪੂ ਜੀ, ਵਿਆਹ ਕਰਾ ਲਊ। ਉਹ ਦੂਜਾ ਮਖੌਲ ਹੀ ਆ, ਦੂਜਾ ਵਿਆਹ ਕਰਾਉਣਾ। ਅਸੀਂ ਮਰ ਗਏ, ਮੁਜਾਰਿਆਂ ਨਾਲੋਂ ਵੀ ਮਾੜੇ ਹਾਂ ਅਸੀਂ। ਮੁਜਾਰੇ ਕੰਮ ਕਰਨ ਵਾਲੇ, ਅਸੀਂ ਉਹਨਾਂ ਤੋਂ ਤਾਂ ਮਾੜੇ ਨਹੀਂ। ਮੁਜਾਰਿਆਂ ਨੂੰ ਤੋਂ ਤਾਂ ਪਹਿਲਾਂ ਖਹਿੜਾ ਛਡਾ ਲਵੇ ਉਹਨਾਂ ਨਾਲ, ਜਿਹੜਾ ਉਹ ਸਹੁੰ ਨਾਲ ਵਰਤਦਾ, ਨਿੱਤ ਦਿਹਾੜੀ ਦਾ ਵੈਰ ਚੁੱਕਿਆ ਹੋਇਆ। ਬੀਬੀ ਕਹਿੰਦੀ ਹੈ ਹਰਦਮ ਜਾਨ ਦਾ ਖਤਰਾ ਰਹਿੰਦਾ ਹੈ। ਗੁਰਦਿੱਤ ਸਿੰਘ, ਖਤਰਿਆਂ ਨੂੰ ਕੀ ਸਮਝਦੇ ਇਹੋ ਜਿਹੇ? ਇਹਨਾਂ ਜਗੀਰਦਾਰਾਂ ਨਾਲ ਤਾਂ ਸੰਬੰਧ ਪਾਉਣ ਵਾਲਾ ਪਹਿਲੇ ਦਰਜੇ ਦਾ ਅਹਿਮਕ ਹੁੰਦਾ ਹੈ। ਅਹਿਮਕ, ਮੂਰਖ, ਨਲਾਇਕ ਹੁੰਦਾ ਹੈ। ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ। ਮਨਜੀਤ, ਆਹ ਟਾਂਗਾ ਹੋਰ ਕਿਹਦਾ ਆ ਗਿਆ? ਆਪਣੇ ਘਰ ਨੂੰ ਹੀ ਆਉਂਦਾ। ਟਾਂਗਾ ਦਰਵਾਜ਼ੇ ਵਿੱਚ ਆ ਕੇ ਖਲੋ ਗਿਆ ਤੇ ਉਸ ਵਿੱਚੋਂ ਉਤਰ ਕੇ ਸੁਖਦੇਵ ਕੌਰ ਦੋ ਬੱਚਿਆਂ 5 ਤੇ 3 ਸਾਲ ਦੀਆਂ ਨਾਲ ਸਟੇਜ ਤੇ ਦਿਖਾਈ ਦਿੰਦੀ ਹੈ। ਉਹਨਾਂ ਦੀ ਕੁੜੀ ਆਉਂਦੀ ਹੈ ਸੁਖਦੇਵ ਕੌਰ। 2 ਬੱਚੇ ਹਨ, ਇੱਕ 5 ਸਾਲ ਦੀ ਕੁੜੀ ਹੈ, ਇੱਕ 3 ਸਾਲ ਦੀ। ਸੁਖਦੇਵ, ਲਓ ਉਹ ਬੀਬੀ ਜੀ ਆਪ ਆ ਗਈ। ਮਨਜੀਤ, ਹੈ ਬੀਬੀ ਜੀ, ਹੈ ਬੀਬੀ। ਆਪ ਉੱਠ ਕੇ ਬੀਬੀ ਵੱਲ ਨੂੰ ਔਲਦੀ ਹੈ, ਭੱਜਦੀ ਹੈ।
ਉਡੀਕਦੀ ਸੀ ਬੀਬੀ ਨੂੰ, ਪਰ ਇਸ ਚਿੱਠੀ ਨੇ ਸਭ ਕੁਝ ਭੁਲਾ ਦਿੱਤਾ ਸੀ। ਨੱਸ ਕੇ ਜਾ ਕੇ ਸੁਖਦੇਵ ਕੌਰ ਨੂੰ ਜੱਫੀ ਪਾ ਲੈਂਦੀ ਹੈ, ਭੱਜ ਕੇ ਜਾਂਦੀ ਹੈ ਤੇ ਉਹਨੂੰ ਗਲ ਨਾਲ ਲਾ ਲੈਂਦੀ ਹੈ। ਨਿਹਾਲ ਕੌਰ ਸੁਖਦੇਵ ਕੌਰ ਵੱਲ ਨੂੰ ਔਲਦੀ ਹੋਈ ਜਾਂਦੀ ਹੋਈ, ਬੀਬੀ ਸੁੱਖ ਨਾਲ ਤਾਂ ਆਈ ਹੈ। ਛੋਟੀ ਬੱਚੀ ਨੂੰ ਗੋਦੀ ਵਿੱਚ ਲੈ ਕੇ ਸੁਖਦੇਵ ਕੌਰ, ਸੁੱਖ ਨਾਲ ਹੀ ਆਈ ਹਾਂ, ਮੇਰੀ ਚਿੱਠੀ ਦਾ ਫਿਕਰ ਨਾ ਕਰੋ ਬਹੁਤਾ। ਮਨਜੀਤ ਦੀ ਜੱਫੀ ਛੱਡਦੀ ਹੋਈ, ਮੈਂ ਤਾਂ ਵੀਰ ਨੂੰ ਮਿਲਣ ਆਈ ਹਾਂ। ਸੁਖਦੇਵ ਵੱਲ, ਤੂੰ ਵੀਰ ਲਿਖਿਆ ਜੋ ਸੀ ਬਈ ਮੈਂ ਛੇਤੀ ਮੁੜ ਜਾਣਾ। ਮੈਂ ਆਖਿਆ ਕਾਹਨੂੰ ਕੋਈ ਦਿਨ ਖੁੰਝਾਵਾਂ, ਕਿਉਂ ਐਵੇਂ ਦਿਨ ਖਰਾਬ ਕਰਾਂ, ਵੀਰ ਨੂੰ ਮਿਲ ਹੀ ਆਵਾਂ। ਸੁਖਦੇਵ, ਬਹੁਤ ਚੰਗਾ ਕੀਤਾ ਬੀਬੀ। ਸਤਿ ਸ਼੍ਰੀ ਅਕਾਲ। ਵੱਡੀ ਬੱਚੀ ਨੂੰ ਪਿਆਰ ਦਿੰਦਾ, ਸਤਿ ਸ਼੍ਰੀ ਅਕਾਲ। ਗੋਗੀ ਹੌਲੀ ਜਿਹੀ, ਸਤਿ ਸ਼੍ਰੀ ਅਕਾਲ ਮਾਮਾ ਜੀ। ਸੁਖਦੇਵ ਕੌਰ, ਬਾਪੂ ਜੀ ਸਤਿ ਸ਼੍ਰੀ ਅਕਾਲ। ਨਿਹਾਲ ਕੌਰ ਜੱਫੀ ਪਾ ਕੇ ਮਿਲਦੀ ਹੋਈ, ਤੁਸੀਂ ਚੁੱਪਚਾਪ ਖੜੇ ਹੋ। ਗੁਰਦਿੱਤ ਸਿੰਘ, ਸਤਿ ਸ਼੍ਰੀ ਅਕਾਲ। ਪਰ ਆਹ ਚਿੱਠੀ ਕੀ ਕਹਿੰਦੀ ਆ? ਤੇਰੀ ਹੀ ਆ ਚਿੱਠੀ? ਚਿੱਠੀ ਨੂੰ ਫੜਾਉਂਦਾ ਹੈ। ਸੁਖਦੇਵ ਕੌਰ, ਚਿੱਠੀ ਤਾਂ ਮੇਰੀ ਆ, ਪਰ ਕਿਹੜੀ ਐਡੀ ਫਿਕਰ ਵਾਲੀ ਗੱਲ ਆ? ਸ਼ਰਾਬ ਕੋਈ ਨਵੀਂ ਗੱਲ ਆ ਉਹਨਾਂ ਲਈ? ਕਿ ਸਾਡੇ ਘਰ ਦਾ ਕਲੇਸ਼ ਤੁਹਾਡੇ ਲਈ ਕੋਈ ਨਵੀਂ ਗੱਲ ਹੈ? ਮਨਜੀਤ, ਪਰ ਬੀਬੀ ਇਹਦੇ 'ਚ ਤਾਂ ਕੁਝ ਹੋਰ ਵੀ ਲਿਖਿਆ ਹੀ ਕਿ ਬਲਵੰਤ ਸਿੰਘ ਹੋਰੀ ਦੂਜਾ ਵਿਆਹ ਕਰਾਉਂਦੇ ਨੇ। ਸੁਖਦੇਵ ਕੌਰ ਚਿੱਠੀ ਨੂੰ ਖੋਲ੍ਹ ਕੇ ਦੇਖਦੀ ਹੋਈ, ਦੂਜਾ ਵਿਆਹ? ਇਹ ਜਿਹੀ ਤਾਂ ਹਾਲੇ ਕੋਈ ਗੱਲ ਨਹੀਂ, ਕੱਲ੍ਹ ਨੂੰ ਹੋ ਜਾਵੇ ਤਾਂ ਕੋਈ ਚਰਜ ਵੀ ਨਹੀਂ, ਚਰਜ ਹੈਰਾਨੀ ਵੀ ਨਹੀਂ। ਚਿੱਠੀ ਪੜ੍ਹ ਕੇ, ਅੱਛਾ। ਮਨਜੀਤ, ਕਿਉਂ? ਸੁਖਦੇਵ, ਇਹ ਗੱਲ ਤਾਂ ਉਹਨਾਂ ਨੇ ਆਪ ਵਧਾ ਦਿੱਤੀ। ਅੱਛਾ, ਡਰਾਵੇ ਦਿੰਦੇ ਨੇ ਦੂਜੇ ਵਿਆਹ ਦੇ ਤੁਹਾਨੂੰ? ਸੁਖਦੇਵ ਕੌਰ, ਉਹਨਾਂ ਨੇ ਆਪ ਲਿਖ ਦਿੱਤੀ ਇਹ ਗੱਲ। ਸੁਖਦੇਵ, ਤੇ ਹੋਰ? ਚਿੱਠੀ ਸੁਖਦੇਵ ਸਿੰਘ ਨੂੰ ਫੜਾਉਂਦੀ ਹੋਈ, ਤੁਸੀਂ ਉਹਨਾਂ ਦਾ ਵੱਖਰਾ ਦਸਖਤ ਨਹੀਂ ਪਛਾਣਿਆ? ਮਤਲਬ ਉਹਨਾਂ ਦੀ ਲਿਖਾਈ ਨਹੀਂ ਪਛਾਣੀ ਜੋ ਅਲੱਗ ਤਰ੍ਹਾਂ ਦੀ ਹੈ, ਵੱਖਰੀ ਅੱਡ ਤਰ੍ਹਾਂ ਦੀ? ਸੁਖਦੇਵ ਚਿੱਠੀ ਨੂੰ ਦੇਖਦਾ ਹੋਇਆ, ਵਾਹ ਬਈ ਵਾਹ, ਸਾਡਾ ਤਾਂ ਚੰਗਾ ਮੌਜੂ ਬਣਾਇਆ। ਮਤਲਬ ਸਾਨੂੰ ਤਾਂ ਮੂਰਖ ਬਣਾਇਆ ਤੁਸੀਂ ਚੰਗਾ, ਪਰ ਮਾਂ ਜੀ ਮੌਜੂ ਨਹੀਂ ਬਣਾਇਆ, ਇਹਨਾਂ ਨੂੰ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਹੈ। ਨਿਹਾਲ ਕੌਰ, ਮਿਲ ਗਈ ਵੇ ਪੁੱਤ ਸਿੱਖਿਆ, ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ। ਸੁਖਦੇਵ ਕੌਰ, ਕੀ ਸਿੱਖਿਆ ਮਿਲ ਗਈ ਮਾਂ ਜੀ? ਸੁਖਦੇਵ, ਆਪੇ ਦੱਸ ਦੇਣਗੇ ਤੈਨੂੰ। ਮਨਜੀਤ ਸੁਖਦੇਵ ਕੌਰ ਨੂੰ ਜੱਫੀ ਪਾਉਂਦੀ ਹੈ, ਬੜੇ ਮੌਕੇ ਤੇ ਆਈ ਆ ਬੀਬੀ ਤੂੰ। ਜੱਫੀ ਛੱਡ ਕੇ, ਚੱਲ ਹੁਣ ਮੂੰਹ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰ। ਸੁਖਦੇਵ ਪਾਸੋਂ ਬੱਚੀ ਨੂੰ ਫੜ ਕੇ ਮੂੰਹ ਚੁੰਮਦੀ ਹੈ ਤੇ ਪਰਦਾ ਡਿੱਗ ਜਾਂਦਾ ਹੈ। ਤਾਂ ਇਸ ਕਹਾਣੀ ਵਿੱਚ, ਇਸ ਇਕਾਂਗੀ ਵਿੱਚ ਕੀ ਦੱਸਿਆ ਹੈ ਕਿ ਜਦੋਂ ਖੁਦ ਦੀ ਧੀ ਨਾਲ ਬੀਤਦੀ ਹੈ ਤਾਂ ਮਾਂ ਨੂੰ ਕਿਵੇਂ ਮਹਿਸੂਸ ਹੁੰਦਾ ਦੂਜੇ ਵਿਆਹ ਦੇ ਬਾਰੇ, ਤੇ ਆਪਣੀ ਨੂੰਹ ਨੂੰ ਉਹ ਰੋਜ਼ ਡਰਾਵੇ ਦਿੰਦੀ ਹੈ ਕਿ ਦੂਜਾ ਵਿਆਹ ਕਰ ਦੂੰ, ਦੂਜਾ ਵਿਆਹ ਕਰ ਦੂੰ। ਤਾਂ ਜਿਸ ਤਨ ਲਾਗੇ ਸੋਈ ਤਨ ਜਾਣੇ, ਮਤਲਬ ਜਦੋਂ ਖੁਦ ਨਾਲ ਬੀਤਦੀ ਹੈ ਨਾ, ਉਦੋਂ ਬੰਦੇ ਨੂੰ ਅਸਲੀ ਅਹਿਮੀਅਤ ਪਤਾ ਚੱਲਦੀ ਹੈ ਕਿਸੇ ਗੱਲ ਦੀ। ਇਸ ਇਕਾਂਗੀ ਵਿੱਚ ਦੂਜੇ ਵਿਆਹ ਦੇ ਸੰਤਾਪ ਨੂੰ ਦਰਸਾਇਆ ਗਿਆ ਹੈ, ਜੋ ਉਸ ਸਮੇਂ ਦੀ ਬਹੁਤ ਵੱਡੀ ਸਮੱਸਿਆ ਸੀ। ਇਹ ਇਕਾਂਗੀ ਤੁਹਾਨੂੰ ਸਮਝ ਆ ਗਈ ਹੋਏਗੀ ਬੇਟਾ, ਧਿਆਨ ਨਾਲ ਪੜ੍ਹ ਲੈਣਾ। ਥੈਂਕ ਯੂ।